परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਸਿਸਟਰ ਕਮਲ ਦੀ ਆ, ਜਿਨ੍ਹਾਂ ਦੇ ਬ੍ਰਦਰ ਕਾਫੀ ਜ਼ਿਆਦਾ ਸੀਰੀਅਸ ਬਿਮਾਰ ਹੋ ਗਏ ਸਨ। ਉਹਨਾਂ ਦੇ ਗੁਰਦਿਆਂ ਦੇ ਵਿੱਚ ਇਨਫੈਕਸ਼ਨ ਵੱਧ ਚੁੱਕੀ ਸੀ। ਉਹਨਾਂ ਨੂੰ ਲੁਧਿਆਣਾ DMC ਐਡਮਿਟ ਕਰਵਾਇਆ ਗਿਆ। ਸਿਸਟਰ ਨੇ WhatsApp ਮੈਸੇਜ ਦੇ ਦੁਆਰਾ ਆਪਣੀ ਪ੍ਰੇਅਰ ਰਿਕੁਐਸਟ ਭੇਜੀ। ਜਦੋਂ WhatsApp ਰਿਕਾਰਡਿੰਗ ਦੇ ਦੁਆਰਾ ਉਹਨਾਂ ਲਈ ਪ੍ਰੇਅਰ ਕੀਤੀ ਗਈ ਤਾਂ ਸਿਸਟਰ ਦੱਸਦੇ ਹਨ ਦੂਸਰੇ ਹੀ ਦਿਨ ਉਹਨਾਂ ਦੇ ਬ੍ਰਦਰ ਨੂੰ ਹਸਪੀਟਲ ਵਿੱਚੋਂ ਛੁੱਟੀ ਮਿਲ ਗਈ ਅਤੇ ਹੁਣ ਉਹ ਬਿਲਕੁਲ ਠੀਕ ਹਨ। ਦੂਸਰੀ ਗਵਾਹੀ, ਸਿਸਟਰ ਨੇ ਆਪਣਾ ਨਾਮ ਤਾਂ ਨਹੀਂ ਲਿਖਿਆ, ਉਹਨਾਂ ਨੇ ਬੱਚੇ ਦਾ ਨਾਮ ਲਿਖਿਆ ਕਿ ਆਸ਼ੀਸ਼ ਬੇਟੇ ਦੇ ਲਈ ਉਹਨਾਂ ਨੇ ਪ੍ਰਾਰਥਨਾ ਕਰਵਾਈ ਸੀ, ਜਿਨ੍ਹਾਂ ਦਾ ਪੇਟ ਸਾਫ਼ ਨਹੀਂ ਸੀ ਹੋ ਰਿਹਾ ਔਰ ਉਹਨਾਂ ਦੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣੀ ਹੋਈ ਸੀ। 2 ਦਿਨ ਹੋ ਗਏ ਸਨ ਉਹਨਾਂ ਨੇ ਟਾਇਲਟ ਨਹੀਂ ਸੀ ਕੀਤੀ ਤਾਂ ਸਿਸਟਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਉਸ ਤੋਂ ਬਾਅਦ ਬੱਚੇ ਦਾ ਪੇਟ ਸਾਫ਼ ਹੋ ਗਿਆ ਔਰ ਉਹਨਾਂ ਦੀ ਗੈਸ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ। ਔਰ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਬਹੁਤ ਸਾਰੇ ਭੈਣ ਭਾਈ ਆ ਜਿਨ੍ਹਾਂ ਨੇ ਆਪਣੇ ਪੁਰਾਣੇ ਸਮੇਂ ਦੇ ਵਿੱਚ ਕੁਝ ਗਲਤੀਆਂ ਕੀਤੀਆਂ ਹੁੰਦੀਆਂ ਆ, ਕੁਝ ਉਹਨਾਂ ਤੋਂ ਗੁਨਾਹ ਹੋਏ ਹੁੰਦੇ ਆ ਜਾਂ ਫਿਰ ਕੁਝ ਉਹ ਗਲਤ ਸੰਗਤੀ ਦੇ ਵਿੱਚ ਹੋਣ ਕਰਕੇ ਗਲਤੀਆਂ ਕਰ ਬੈਠਦੇ ਆ ਅਤੇ ਜਦੋਂ ਉਹ ਪਰਮੇਸ਼ਰ 'ਚ ਆਉਂਦੇ ਆ ਅਤੇ ਵੇਖਦੇ ਆ ਵੀ ਜਿਹੜੇ ਕੰਮ ਉਹ ਕਰਦੇ ਸੀ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਉਹ ਕੰਮ ਪਾਪ ਆ, ਤੇ ਉਹਨਾਂ ਦੇ ਮਨ ਦੇ ਵਿੱਚ ਵਾਰ-ਵਾਰ ਇਹ ਸਵਾਲ ਉੱਠਦਾ ਆ ਵੀ ਹੁਣ ਅਸੀਂ ਪ੍ਰਭੂ 'ਚ ਆ ਤਾਂ ਗਏ ਆ ਤਾਂ ਕੀ ਪਰਮੇਸ਼ਰ ਨੇ ਸਾਨੂੰ ਸਾਡੇ ਪੁਰਾਣੇ ਪਾਪਾਂ ਤੋਂ ਮਾफ़ ਕਰ ਦਿੱਤਾ ਹੈ ਕਿ ਨਹੀਂ ਕੀਤਾ? ਕਿ ਜਿਹੜੇ ਸਾਡੇ ਪੁਰਾਣੇ ਪਾਪ ਸੀ ਜੋ ਪਰਮੇਸ਼ਰ 'ਚ ਆਉਣ ਤੋਂ ਪਹਿਲਾਂ ਅਸੀਂ ਕੀਤੇ ਸੀ ਉਹ ਪਾਪ ਮਾफ़ ਹੋ ਗਏ ਆ ਕਿ ਨਹੀਂ ਹੋ ਗਏ? ਤਾਂ ਅੱਜ ਇਸ ਸਵਾਲ ਦਾ ਅਸੀਂ ਜਵਾਬ ਲਵਾਂਗੇ ਵਚਨ ਤੋਂ। ਤਾਂ ਉਹ ਜਾਣਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਵਚਨ 'ਚੋਂ ਪੜਾਂਗੇ ਰੋਮੀਆਂ 3 ਉਹਦੀ 23 ਔਰ 24 ਨੰਬਰ ਆਇਤ ਨੂੰ। ਕਿਉਂਕਿ ਸਭ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਰਹਿਤ ਹਨ, ਸੋ ਉਹ ਕਿਰਪਾ ਨਾਲ ਉਸ ਛੁਟਕਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਫਤ ਧਰਮੀ ਗਿਣੇ ਜਾਂਦੇ ਹਨ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਸਭ ਤੋਂ ਪਹਿਲਾਂ ਤਾਂ ਇਹ ਉਹਨੇ ਸਾਨੂੰ ਹੌਸਲਾ ਦਿੱਤਾ ਵੀ ਆਪਣੇ ਆਪ ਨੂੰ ਨੀਵਾਂ ਨਾ ਸਮਝੋ। ਜੇ ਤੁਹਾਡੇ ਤੋਂ ਪਾਪ ਹੋ ਗਏ ਤਾਂ ਆਹ ਨਾ ਸਮਝੋ ਵੀ ਪਾਪ ਸਿਰਫ ਮੈਂ ਹੀ ਕੀਤੇ ਆ। ਵਚਨ ਕਹਿੰਦਾ ਕਿਉਂਕਿ ਸਭ ਨੇ ਪਾਪ ਕੀਤਾ। ਹਰ ਇੱਕ ਬੰਦੇ ਨੇ ਪਾਪ ਕੀਤਾ ਆ। ਕਿਸੇ ਨੇ ਬਾਹਲੇ ਕਰ ਲਏ, ਕਿਸੇ ਨੇ ਥੋੜੇ ਕਰ ਲਏ, ਕਿਸੇ ਨੇ ਰੋਕਿਆਂ ਤੋਂ ਛੱਡ ਦਿੱਤੇ, ਕਈਆਂ ਨੇ ਰੋਕਿਆਂ ਤੋਂ ਵੀ ਨਹੀਂ ਛੱਡੇ, ਕਈ ਆਪਣੀ ਮਰਜ਼ੀ ਕਰਦੇ ਰਹੇ। ਜਦੋਂ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਠੋਕਰਾਂ ਵੱਡੀਆਂ ਖਾਧੀਆਂ, ਵੱਡੇ ਧੱਕੇ ਖਾਧੇ, ਵੱਡੇ ਨੁਕਸਾਨ ਝੱਲੇ ਤੇ ਉਹ ਆਪਣੇ ਆਪ ਹੀ ਵਾਪਸ ਆ ਗਏ। ਪਰ ਇਹ ਨਹੀਂ ਹੈਗਾ ਵੀ ਕਿਸੇ ਨੇ ਵੀ ਪਾਪ ਨਹੀਂ ਕੀਤਾ। ਅੱਜ ਜਿੰਨੇ ਵੀ ਪਰਮੇਸ਼ਰ ਦੇ ਭਵਨ ਦੇ ਵਿੱਚ, ਪ੍ਰਭੂ ਦੀ ਹਜ਼ੂਰੀ ਦੇ ਵਿੱਚ ਵਾਈਟ ਕੱਪੜੇ ਪਾ ਕੇ ਖੜੇ ਹੋਏ ਨੇ, ਜ਼ਰੂਰੀ ਨਹੀਂ ਆ ਕਿ ਉਹਨਾਂ ਦੇ ਵਾਈਟ ਕੱਪੜਿਆਂ ਦੇ ਪਿੱਛੇ ਕੋਈ ਦਾਗ ਨਹੀਂ ਹੈਗਾ, ਉਹਨਾਂ ਦੀ ਆਤਮਾ 'ਤੇ ਕੋਈ ਦਾਗ ਨਹੀਂ ਹੈਗਾ। ਹਰ ਇੱਕ ਨੇ ਪਾਪ ਕੀਤੇ ਆ, ਹਰ ਇੱਕ ਨੇ ਗੁਨਾਹ ਕੀਤੇ, ਹਰ ਇੱਕ ਨੇ ਗਲਤੀਆਂ ਕੀਤੀਆਂ, ਪਰ ਕੀਤੀਆਂ ਸੀ। ਔਰ ਉਦੋਂ ਬਾਅਦ ਕੀ ਹੋਇਆ? ਕਹਿੰਦਾ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਸ ਛੁਟਕਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਮੁਫਤ ਧਰਮੀ ਗਿਣੇ ਜਾਂਦੇ ਹੋ। ਕਹਿੰਦਾ ਫ੍ਰੀ ਦੇ ਵਿੱਚ ਹੀ ਤੁਸੀਂ ਧਰਮੀ ਗਿਣੇ ਜਾਂਦੇ ਆ ਯਿਸੂ ਮਸੀਹ ਦੇ ਰਾਹੀਂ, ਉਸ ਛੁਟਕਾਰੇ ਦੇ ਰਾਹੀਂ ਜਿਹੜਾ ਉਹਨੇ ਦੇਤਾ। ਜਦੋਂ ਅਸੀਂ ਇਹ ਗੱਲ ਅਸੈਪਟ ਕਰ ਲੈਨੇ ਕਿ ਯਿਸੂ ਮਸੀਹ ਨੇ ਸਾਡੇ ਪਾਪਾਂ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਆ, ਤਾਂ ਕਹਿੰਦਾ ਉਦੋਂ ਤੁਸੀਂ ਫ੍ਰੀ ਦੇ ਵਿੱਚ ਹੀ ਆਪਣੇ ਪਾਪਾਂ ਦੀ ਮਾਫੀ ਪਾ ਲੈਂਦੇ ਆ। ਹਾਲੇਲੂਇਆ।
ਪਿਛਲੇ ਜਨਮ ਦੀਆਂ ਗੱਲਾਂ ਦਾ ਸਾਡੇ ਤੇ ਕੋਈ ਲੈਣਾ ਦੇਣਾ ਨਹੀਂ। ਪਿਛਲਾ ਜਨਮ ਕਹਿਣ ਦਾ ਭਾਵ ਕਿ ਪਰਮੇਸ਼ਰ ਯੀਸ਼ੂ ਮਸੀਹ ਦੇ ਵਿੱਚ ਬਪਤਿਸਮਾ ਲੈਣ ਤੋਂ ਪਹਿਲਾਂ ਦੀਆਂ ਗੱਲਾਂ। ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਸਾਡਾ ਇੱਕ ਨਵਾਂ ਜਨਮ ਹੁੰਦਾ, ਜਿੱਦਾਂ ਮਸੀਹ ਨਵੇਂ ਤਰੀਕੇ ਨਾਲ ਜੰਮਿਆ ਨਵੀਂ ਸੂਰਤ ਦੇ ਵਿੱਚ, ਉਸੇ ਤਰ੍ਹਾਂ ਬਪਤਿਸਮਾ ਲੈਣ ਤੋਂ ਬਾਅਦ ਅਸੀਂ ਵੀ ਨਵੇਂ ਸਿਰੇ ਤੋਂ ਅਤੇ ਨਵੇਂ ਰੂਪ ਦੇ ਦੁਆਰਾ ਜੰਮਦੇ ਹਾਂ। ਔਰ ਉਸ ਰੂਪ ਤੇ ਰੂਹ ਸਾਡੇ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦਾ ਹੁੰਦਾ। ਉਹ ਜ਼ਿੰਦਗੀ ਪ੍ਰਭੂ ਯੀਸ਼ੂ ਮਸੀਹ ਦੀ ਹੁੰਦੀ ਆ। ਜਿਹੜੀ ਜ਼ਿੰਦਗੀ 'ਚ ਅਸੀਂ ਪਾਪ ਕਰਦੇ ਸੀ, ਅਸੀਂ ਸੰਸਾਰਿਕ ਲੋਕਾਂ 'ਚ ਰਹਿੰਦੇ ਸੀ, ਉਸ ਪਾਪਾਂ ਤੋਂ ਅਸੀਂ ਉਦੋਂ ਆਜ਼ਾਦ ਹੋ ਜਾਣੇ, ਮਾਫ ਹੋ ਜਾਣੇ ਆ। ਕਿਹਦੇ ਨਾਲ? ਕਿਰਪਾ ਦੇ ਨਾਲ। ਕਿਹਦੇ ਨਾਲ? ਯੀਸ਼ੂ ਮਸੀਹ ਦੀ ਕਿਰਪਾ ਦੇ ਨਾਲ ਅਸੀਂ ਮੁਫਤ ਵਿੱਚ ਧਰਮੀ ਗਿਣੇ ਜਾਂਦੇ ਆ। ਜਦੋਂ ਅਸੀਂ ਬਪਤਿਸਮਾ ਲੈ ਕੇ ਨਵੀਂ ਜ਼ਿੰਦਗੀ ਨੂੰ ਗ੍ਰਹਿਣ ਕਰਦੇ ਆ ਤਾਂ ਪੁਰਾਣੇ ਜਨਮ ਦੇ ਸਾਰੇ ਪਾਪ ਸਾਡੀ ਜ਼ਿੰਦਗੀ 'ਚੋਂ ਧੋਤੇ ਜਾਂਦੇ ਆ, ਪਾਣੀ ਵਿੱਚ ਰਹਿ ਜਾਂਦੇ ਆ। ਉਸ ਤੋਂ ਬਾਅਦ ਸਾਨੂੰ ਆਤਮਾ ਦੇ ਨਵੇਂ ਵਸਤਰ ਮਿਲਦੇ ਆ। ਤਾਂ ਇਸ ਵਚਨ ਨੂੰ ਹੋਰ ਵੀ ਗਹਿਰਾਈ ਦੇ ਨਾਲ ਕਲੀਅਰ ਕਰਨ ਦੇ ਲਈ ਨੈਕਸਟ ਵਚਨ ਜੋ ਪੜਾਂਗੇ, ਰੋਮੀਆਂ 3 ਉਹਦੀ 25 ਔਰ 26 ਨੰਬਰ ਆਇਤ ਨੂੰ, ਜਿਸ ਨੂੰ ਪਰਮੇਸ਼ਰ ਨੇ ਉਹਦੇ ਲਹੂ ਉੱਤੇ ਵਿਸ਼ਵਾਸ ਕਰਨ ਨਾਲ ਪ੍ਰਾਸ਼ਚਿਤ ਠਹਿਰਾਇਆ, ਤਾਂ ਜੋ ਪਰਮੇਸ਼ਰ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰੇ। ਇਸ ਲਈ ਜੋ ਉਹਨੇ ਸਾਰੀ ਸਹਿਨਸ਼ੀਲਤਾ ਦੇ ਨਾਲ ਪਿਛਲੇ ਸਮੇਂ ਵਿੱਚ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ, ਹਾਂ ਇਸ ਵਰਤਮਾਨ ਸਮੇਂ ਵਿੱਚ ਵੀ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰੇ, ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹਨੂੰ ਧਰਮੀ ਠਹਿਰਾਵੇ ਜਿਹੜਾ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਦਾ ਹੈ। ਹਾਲੇਲੂਇਆ। ਤਾਂ ਹੁਣ ਇਸ ਵਚਨ ਨੇ ਬਿਲਕੁਲ ਕਲੀਅਰ ਸਾਨੂੰ ਕਰ ਦਿੱਤਾ ਕਿ ਪਰਮੇਸ਼ਰ ਨੇ ਸਾਨੂੰ ਪਿਛਲੇ ਸਮੇਂ ਵਿੱਚ ਕੀਤੇ ਹੋਏ ਪਾਪਾਂ ਤੋਂ ਬਿਲਕੁਲ ਆਜ਼ਾਦ ਕਰ ਦਿੱਤਾ ਆ। ਹੁਣ ਪਰਮੇਸ਼ਰ ਵਿੱਚ ਆਉਣ ਤੋਂ ਪਹਿਲਾਂ ਦੇ ਕੀਤੇ ਗਏ ਗੁਨਾਹ ਪਾਪ ਤੋਂ ਪਰਮੇਸ਼ਰ ਨੇ ਕੀ ਕਰ ਲਿਆ? ਅੱਖੀਆਂ ਫੇਰ ਲੀਆਂ ਆ। ਕਹਿੰਦਾ ਮੈਂ ਤੁਹਾਡੇ ਪਾਪਾਂ ਨੂੰ ਪਿੱਠ ਪਿੱਛੇ ਸੁੱਟ ਦਾਂਗਾ ਅਤੇ ਫਿਰ ਪਿੱਛੇ ਕਦੇ ਨਾ ਦੇਖਾਂਗਾ। ਤਾਂ ਉਹਨੇ ਅਜਿਹਾ ਹੀ ਸਾਡੇ ਲਈ ਕਰ ਦਿੱਤਾ ਆ, ਜਿਹੜੇ ਮਸੀਹ ਯੀਸ਼ੂ ਦੇ ਵਿੱਚ ਪ੍ਰਾਸ਼ਚਿਤ ਕਰਕੇ ਵਿਸ਼ਵਾਸ ਦੇ ਨਾਲ ਆਉਂਦੇ ਆ। ਹੁਣ ਬਪਤਿਸਮਾ ਕਰਨ ਦਾ ਕੀ ਮਤਲਬ ਆ? ਤੌਬਾ ਕਰਨਾ। ਬਪਤਿਸਮਾ ਦੀ ਰਸਮ ਅਦਾ ਕਰਦੇ ਅਸੀਂ ਤੌਬਾ ਕਰਨ ਦੇ ਲਈ ਕਿ ਤੌਬਾ ਕਰੋ ਅਤੇ ਬਪਤਿਸਮਾ ਲਓ, ਕਿਉਂਕਿ ਸਵਰਗ ਦਾ ਰਾਜ ਨੇੜੇ ਆ। ਤਾਂ ਜਿਹੜਾ ਤੌਬਾ ਕਰਕੇ ਬਪਤਿਸਮਾ ਲੈਂਦਾ ਆ ਤਾਂ ਉਹਨੇ ਉਸ ਤੋਂ ਪਹਿਲਾਂ ਜੋ ਉਸ ਤੋਂ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ ਸਾਰੇ ਪਾਪਾਂ ਤੋਂ ਪਰਮੇਸ਼ਰ ਨੇ ਮੂੰਹ ਫੇਰ ਲਿਆ ਅਤੇ ਉਹਨੇ ਉਹਨਾਂ ਸਾਰੇ ਪਾਪਾਂ ਤੋਂ ਮਾਫੀ ਪਾ ਲਈ ਆ। ਪਿਛਲੇ ਜਨਮ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ ਕਿਸੇ ਵੀ ਪਾਪ ਦਾ ਉਹਦੇ ਤੇ ਕੋਈ ਹੱਕ, ਕੋਈ ਅਧਿਕਾਰ ਨਹੀਂ ਰਹਿੰਦਾ। ਉਹ ਪਰਸਨ ਬਿਲਕੁਲ ਆਜ਼ਾਦ ਹੋ ਜਾਂਦਾ ਉਸ ਹਰ ਇੱਕ ਪਾਪ ਤੋਂ, ਜਿਹੜੇ ਪਾਪ ਉਹਨੇ ਪਰਮੇਸ਼ਰ ਦੇ ਵਿੱਚ ਆਉਣ ਤੋਂ ਪਹਿਲਾਂ ਕੀਤੇ ਆ। ਪਰ ਇੱਕ ਸ਼ਰਤ ਹੋਰ ਵੀ ਆ। ਸਭ ਤੋਂ ਪਹਿਲੀ ਤਾਂ ਇਹ ਉਹਨੇ ਕਹੀ ਕਿ ਜਿਹੜਾ ਉਹਦੇ ਲਹੂ ਉੱਤੇ ਵਿਸ਼ਵਾਸ ਕਰੇ ਅਤੇ ਪ੍ਰਾਸ਼ਚਿਤ ਕਰੇ, ਯੀਸ਼ੂ ਦੇ ਲਹੂ ਦੇ ਉੱਤੇ। ਅਸੀਂ ਆਹ ਗੱਲ ਮੂੰਹ ਕਹਿ ਤਾਂ ਦਿੰਨੇ ਬੜੇ ਵਾਰੀ ਕਿ ਯੀਸ਼ੂ ਮਸੀਹ ਸਾਡੇ ਲਈ ਮਰਿਆ, ਉਹਨੇ ਸਾਡੇ ਗੁਨਾਹਾਂ ਦੇ ਲਈ ਸਾਡੇ ਗੁਨਾਹਾਂ ਦੇ ਲਈ ਲਹੂ ਵਹਾਇਆ, ਆਪਣੇ ਆਪ ਨੂੰ ਕਰੂਸ ਉੱਤੇ ਚੜਾ ਦਿੱਤਾ ਅਤੇ ਸਾਨੂੰ ਪਛਤਾਤਾਪ ਦਿੱਤਾ, ਪ੍ਰਾਸ਼ਚਿਤ ਕਰਨ ਦਾ ਮੌਕਾ ਦਿੱਤਾ। ਅਸੀਂ ਪ੍ਰਾਸ਼ਚਿਤ ਕੀਤਾ, ਤੌਬਾ ਕੀਤੀ ਅਤੇ ਪਰਮੇਸ਼ਰ ਦੇ ਵਿੱਚ ਨਵੇਂ ਹੋ ਗਏ। ਆਹ ਕਹਿਣ ਤੋਂ ਬਾਅਦ ਵੀ ਫਿਰ ਜਦੋਂ ਥੋੜੀ ਜਿਹੀ ਸਾਡੇ ਘਰ 'ਚ ਪ੍ਰੋਬਲਮ ਆਈ ਤਾਂ ਅਸੀਂ ਕਹਿੰਦੇ ਕਿ ਪਤਾ ਨਹੀਂ ਅਸੀਂ ਕਿਹੜੇ ਪਾਪ ਕੀਤੇ ਆ ਜਿਹੜਾ ਹਜੇ ਤੱਕ ਪਰਮੇਸ਼ਰ ਨੇ ਸਾਨੂੰ ਵੇਖਿਆ ਹੀ ਨਹੀਂ। ਪਤਾ ਨਹੀਂ ਹਜੇ ਸਾਡੇ ਕਿੰਨੇ ਕੁ ਪਾਪ ਰਹਿ ਗਏ ਆ ਜਿਨ੍ਹਾਂ ਦਾ ਹਜੇ ਬਦਲਾ ਸਾਨੂੰ ਦੇਣਾ ਬਾਕੀ ਆ। ਇਹ ਸ਼ਬਦ ਪਰਮੇਸ਼ਰ ਦੇ ਲੋਕਾਂ ਦੇ ਆ। ਔਰ ਮੈਂ ਖੁਦ ਸੁਣੇ ਇਹਨਾਂ ਗੱਲਾਂ ਨੂੰ ਆਪਣੇ ਕੰਨਾਂ ਦੇ ਨਾਲ। ਬਹੁਤਿਆਂ ਨੇ ਫੋਨ ਕਾਲ ਦੇ ਦੁਆਰਾ ਇਹ ਗੱਲਾਂ ਕੀਤੀਆਂ ਆ ਕਿ ਪਤਾ ਨਹੀਂ ਹਜੇ ਸਾਥੋਂ ਇਹੋ ਜਿਹੇ ਕਿਹੜੇ ਪਾਪ ਹੋਏ ਆ ਜਿਹੜੇ ਹਜੇ ਤੱਕ ਮਾਫ ਹੀ ਨਹੀਂ ਹੋਏ। ਪਤਾ ਨਹੀਂ ਇਹੋ ਜਿਹੇ ਕਿੰਨੇ ਕੁ ਪਾਪ ਅਸੀਂ ਕਰ ਲਏ ਜਿਨ੍ਹਾਂ ਦਾ ਹਜੇ ਅਸੀਂ ਫਲ ਭੋਗਿਆ ਹੀ ਨਹੀਂ, ਜਿਨ੍ਹਾਂ ਦੀ ਸਜ਼ਾ ਹਜੇ ਸਾਡੀ ਪੂਰੀ ਨਹੀਂ ਹੋਈ। ਤਾਂ ਫਿਰ ਇਹਦਾ ਮਤਲਬ ਸਾਡਾ ਵਚਨਾਂ ਨੂੰ ਪੜ੍ਹਨਾ ਸੁਣਨਾ ਵਿਅਰਥ ਆ। ਸਾਨੂੰ ਐਂ ਲੱਗਦਾ ਵੀ ਪਰਮੇਸ਼ਰ ਇੱਥੇ ਹੀ ਬਦਲੇ ਲਈ ਜਾਂਦਾ, ਫਿਰ ਨਿਆਂ ਦੇ ਦਿਨ ਨੂੰ ਰੱਖਣ ਦੀ ਉਹਨੂੰ ਕੀ ਲੋੜ ਸੀ ਜੋ ਸਾਥੋਂ ਇੱਥੇ ਹੀ ਬਦਲੇ ਲਈ ਜਾਵੇ। ਫਿਰ ਉਹਨੂੰ ਸਾਨੂੰ ਧੋਣ ਦੀ, ਸ਼ੁੱਧ ਕਰਨ ਦੀ, ਪਵਿੱਤਰ ਕਰਨ ਦੀ ਕੀ ਲੋੜ ਸੀ ਜੇ ਉਹ ਸਾਨੂੰ ਸਜ਼ਾ ਹੀ ਦੇਈ ਜਾਵੇ। ਫਿਰ ਉਹ ਕਿਉਂ ਕਵੇ ਵੀ ਯੀਸ਼ੂ ਮਸੀਹ ਦੇ ਵਿੱਚ ਤੁਸੀਂ ਇੱਕ ਨਵੀਂ ਸ੍ਰਿਸ਼ਟ ਹੋ ਗਏ ਆ, ਸਾਰੀਆਂ ਗੱਲਾਂ ਬੀਤ ਗਈਆਂ, ਸਭ ਪੁਰਾਣੀਆਂ ਗੱਲਾਂ ਬੀਤ ਗਈਆਂ ਆ। ਇਸ ਗੱਲ ਤੇ ਵਿਸ਼ਵਾਸ ਕਰੋ ਕਿ ਅਸੀਂ ਮਸੀਹ ਯੀਸ਼ੂ ਦੇ ਵਿੱਚ ਹੁਣ ਇੱਕ ਨਵੀਂ ਸ੍ਰਿਸ਼ਟੀ ਆ। ਹੁਣ ਅਸੀਂ ਨਵਾਂ ਰੂਪ ਆ, ਨਵੀਂ ਜ਼ਿੰਦਗੀ ਆ, ਨਵੇਂ ਆ। ਸਾਡੇ ਵਿੱਚ ਸਾਡਾ ਪੁਰਾਣਾ ਕੁਝ ਵੀ ਨਹੀਂ ਆ। ਤੇ ਉਹ ਤਾਂ ਫਿਰ ਅਸੀਂ ਖੁਦ ਝੂਠੇ ਆ ਤੇ ਅਵਿਸ਼ਵਾਸੀ ਆ ਜੇ ਅਸੀਂ ਵਾਰ-ਵਾਰ ਉਹਨਾਂ ਗੱਲਾਂ ਨੂੰ ਯਾਦ ਕਰੀਏ ਜਿਹੜੀਆਂ ਬੀਤ ਗਈਆਂ,
ਕਿਉਂਕਿ ਬੀਤੇ ਸਮੇਂ ਨੂੰ ਯਾਦ ਕਰਨ ਦਾ ਕੋਈ ਫਾਇਦਾ ਨਹੀਂ, ਨਾ ਤਾਂ ਉਹ ਬਦਲਣ ਵਾਲਾ, ਨਾ ਉਹ ਮੁੜ ਕੇ ਆਉਣਾ ਆ। ਜਿਹੜਾ ਚਲਾ ਗਿਆ ਉਹ ਚਲਾ ਗਿਆ, ਤੇ ਨਾ ਅਸੀਂ ਉਹਦੇ ਵਿੱਚ ਕੋਈ ਬਦਲਾਵ ਕਰ ਸਕਦੇ ਹਾਂ। ਪਰਮੇਸ਼ਰ ਕਹਿੰਦਾ ਵੇਖੋ ਸਭ ਪੁਰਾਣੀਆਂ ਗੱਲਾਂ ਬੀਤ ਗਈਆਂ ਅਤੇ ਸਭ ਕੁਝ ਨਵਾਂ ਹੋ ਗਿਆ ਆ। ਤੇ ਜਦੋਂ ਅਸੀਂ ਮਸੀਹ ਦੇ ਵਿੱਚ ਨਵੇਂ ਹੋ ਗਏ ਆ ਤਾਂ ਸਾਨੂੰ ਪੁਰਾਣੇ ਸਮੇਂ ਦੇ ਵਿੱਚ ਕੀਤੇ ਪਾਪਾਂ ਨੂੰ ਯਾਦ ਕਰਨ ਦੀ ਵੀ ਲੋੜ ਨਹੀਂ ਆ। ਅਸੀਂ ਨਵੇਂ ਹੋ ਗਏ, ਅਸੀਂ ਧੋਤੇ ਗਏ ਆ, ਸਾਡੇ ਤੇ ਉਹਨਾਂ ਪਾਪਾਂ ਦਾ ਕੋਈ ਵੀ ਫਲ, ਕੋਈ ਵੀ ਸਜ਼ਾ ਨਹੀਂ ਆ। ਵਿਸ਼ਵਾਸ ਦੇ ਦੁਆਰਾ ਹੀ ਆ ਸਭ ਕੁਝ। ਹਾਂ ਨਹੀਂ ਅਸੀਂ ਕਹਿ ਸਕਦੇ ਵੀ ਅਸੀਂ ਪਰਮੇਸ਼ਰ ਆਪਦੇ ਚੰਗੇ ਕੰਮਾਂ ਦੇ ਦੁਆਰਾ ਬਚਾਏ ਗਏ, ਸਿਰਫ ਤੇ ਸਿਰਫ ਸਾਰੀਆਂ ਗੱਲਾਂ ਵਿਸ਼ਵਾਸ ਦੇ ਦੁਆਰਾ ਆ। ਕਹਿੰਦਾ ਹਾਂ ਇੱਕ ਹੋਰ ਗੱਲ ਜਿਹੜੀ ਅਸੀਂ ਕਹੀ ਸੀ ਕਿ 2 ਕੰਡੀਸ਼ਨ ਆ, ਪਹਿਲੀ ਤੌਬਾ ਕਰਨੀ, ਪ੍ਰਾਸ਼ਚਿਤ ਕਰਨਾ। ਤੌਬਾ ਕਰਕੇ ਅਜਿਹਾ ਪ੍ਰਾਸ਼ਚਿਤ ਕਰਨਾ, ਅਜਿਹੀ ਤੌਬਾ ਕਰਨੀ ਕਿ ਮੁੜ ਕੇ ਅਸੀਂ ਉਹਨਾਂ ਗੱਲਾਂ ਨੂੰ ਯਾਦ ਨਹੀਂ ਕਰਨਾ, ਮੁੜ ਇਹ ਨਹੀਂ ਕਹਿਣਾ ਕਿ ਸਾਡੇ ਪੁਰਾਣੇ ਸਮੇਂ ਦੇ ਪਾਪ ਹਜੇ ਤੱਕ ਨਿਬੜੇ ਹੀ ਨਹੀਂ। ਕਿਉਂਕਿ ਪਰਮੇਸ਼ਰ ਕਹਿੰਦਾ ਜਦੋਂ ਮਸੀਹ 'ਚ ਤੁਸੀਂ ਆ ਗਏ, ਤੁਸੀਂ ਉਹਦੇ ਲਹੂ ਦੇ ਉੱਤੇ ਵਿਸ਼ਵਾਸ ਕੀਤਾ ਤੇ ਪ੍ਰਾਸ਼ਚਿਤ ਕੀਤਾ, ਤੇ ਉਸੇ ਵੇਲੇ ਹੀ ਤੁਸੀਂ ਫ੍ਰੀ ਦੇ ਵਿੱਚ ਹੀ ਧਰਮੀ ਗਿਣੇ ਗਏ, ਤੁਹਾਨੂੰ ਉਹਨਾਂ ਪਾਪਾਂ ਤੋਂ ਆਜ਼ਾਦ ਕਰ ਦਿੱਤਾ ਗਿਆ। ਤੇ ਕਹਿੰਦਾ ਹੁਣ ਸ਼ਰਤ ਕੀ ਆ ਕਿ ਵਰਤਮਾਨ ਸਮੇਂ ਦੇ ਵਿੱਚ ਵੀ ਧਰਮੀ ਬਣੇ ਰਹੋ। ਇਹ ਜ਼ਰੂਰੀ ਆ। ਸਾਡੇ ਪਰਮੇਸ਼ਰ 'ਚ ਆਉਣ ਤੋਂ ਪਹਿਲਾਂ ਤਾਂ ਭਾਵੇਂ ਖੂਨ ਵੀ ਕੀਤਾ ਹੋਵੇ ਉਹਦੀ ਵੀ ਸਜ਼ਾ ਸਾਡੇ ਤੇ ਨਹੀਂ ਆਏਗੀ, ਪਰ ਪਰਮੇਸ਼ਰ ਦੇ ਵਿੱਚ ਆਉਣ ਤੋਂ ਬਾਅਦ ਅਗਰ ਅਸੀਂ ਕਿਸੇ ਵੀ ਤਰ੍ਹਾਂ ਦਾ ਪਾਪ ਕਰਦੇ ਹਾਂ ਉਹਦੀ ਸਜ਼ਾ ਸਾਨੂੰ ਮਿਲੇਗੀ। ਤਾਂ ਆ ਨਹੀਂ ਆ ਵੀ ਇੱਥੇ ਜਿਉਂਦੇ ਜੀ ਮਿਲ ਜੇਗੀ। ਬਹੁਤੇ ਕਹਿੰਦੇ ਆ ਵੀ ਧਰਤੀ ਤੇ ਹੀ ਸਵਰਗ ਤੇ ਧਰਤੀ ਤੇ ਹੀ ਨਰਕ ਆ। ਇਹ ਬਹੁਤੇ ਸਿਆਣਿਆਂ ਦੀਆਂ ਗੱਲਾਂ ਨਾ ਸੁਣੋ। ਇਹ ਉਹ ਸਿਆਣੇ ਆ ਜਿਹੜੇ ਪ੍ਰਭੂ ਦੇ ਵਚਨ ਤੋਂ ਬਾਹਰ ਦੀਆਂ ਗੱਲਾਂ ਕਰਦੇ ਆ। ਕਿਉਂਕਿ ਪਰਮੇਸ਼ਰ ਕਹਿੰਦਾ ਸਵਰਗ ਸਵਰਗ 'ਚ ਹੀ ਆ ਤੇ ਧਰਤੀ ਧਰਤੀ ਹੀ ਆ। ਇੱਥੇ ਤੁਹਾਨੂੰ ਸਵਰਗ ਨਹੀਂ ਮਿਲ ਸਕਦਾ ਤੇ ਨਾ ਹੀ ਤੁਹਾਨੂੰ ਇੱਥੇ ਨਿਆਂ ਹੋਣਾ, ਨਾ ਹੀ ਇੱਥੇ ਤੁਸੀਂ ਦੋਸ਼ੀ ਠਹਿਰਾ ਸਕਦੇ। ਕਿਉਂਕਿ ਕਹਿੰਦਾ ਸੰਸਾਰ ਦਾ ਨਿਆਂ ਅੰਨਾ ਆ। ਔਰ ਉਹਨੇ ਕਿਹਾ ਸੀ ਅਗਰ ਉਹਨੇ ਇੱਕ ਹੋਰ ਬੜੀ ਵਧੀਆ ਐਗਜ਼ਾਮਪਲ ਅਸੀਂ ਲਵਾਂਗੇ, ਅਗਰ ਉਹਨੇ ਸਾਨੂੰ ਸਾਡੇ ਪਾਪਾਂ ਦੀ ਸਜ਼ਾ ਇੱਥੇ ਹੀ ਦੇਣੀ ਹੁੰਦੀ ਤਾਂ ਫਿਰ ਉਹਨਾਂ ਲੋਕਾਂ ਨੂੰ ਇਹ ਨਾ ਕਹਿੰਦਾ ਵੀ ਉਹੀ ਪੱਥਰ ਮਾਰੇ ਜਿਨ੍ਹਾਂ ਕੋਈ ਪਾਪ ਨਹੀਂ ਕੀਤਾ। ਕਿਉਂਕਿ ਇਸ ਧਰਤੀ ਦੇ ਉੱਤੇ ਸਭ ਦੇ ਸਭ ਨੇ ਪਾਪ ਕੀਤਾ। ਅਸੀਂ ਪਹਿਲੇ ਵਚਨ 'ਚੋਂ ਹੀ ਪੜ੍ਹ ਲਿਆ ਇਹ ਗੱਲ ਨੂੰ। ਪਰਮੇਸ਼ਰ ਕਹਿੰਦਾ ਸਭ ਦੇ ਸਭ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੀ ਕਿਰਪਾ ਤੋਂ ਰਹਿਤ ਰਹਿ ਗਏ। ਕਿਉਂ ਰਹਿ ਗਏ? ਕਿਉਂਕਿ ਸਭ ਦੇ ਸਭ ਨੇ ਹੀ ਪਾਪ ਕੀਤਾ, ਇਸੇ ਕਰਕੇ ਉਹ ਪਰਮੇਸ਼ਰ ਦੀ ਕਿਰਪਾ ਤੋਂ ਰਹਿਤ ਰਹਿ ਗਏ। ਔਰ ਜਿਨ੍ਹਾਂ ਨੇ ਪਾਪ ਕੀਤਾ, ਜਿਹੜੇ ਰਹਿਤ ਰਹਿ ਗਏ, ਉਹਨਾਂ ਦੇ ਉੱਤੇ ਸਜ਼ਾ ਦਾ ਅਧਿਕਾਰ ਹੈਗਾ ਆ। ਪਰ ਜਿਨ੍ਹਾਂ ਨੇ ਪਾਪ ਕੀਤਾ ਤੇ ਤੌਬਾ ਕੀਤੀ ਤੇ ਉਹ ਬਚਾ ਲਏ ਗਏ, ਉਹਨਾਂ ਤੇ ਸਜ਼ਾ ਦਾ ਕੋਈ ਅਧਿਕਾਰ ਨਹੀਂ। ਔਰ ਦੂਸਰੀ ਗੱਲ ਜਿਹੜੀ ਸਭ ਤੋਂ ਮੇਨ ਅਸੀਂ ਕਹਿ ਰਹੇ ਹਾਂ ਕਿ ਸੰਸਾਰ ਦੇ ਵਿੱਚ ਨਹੀਂ ਉਹਨਾਂ ਦਾ ਨਿਆਂ ਹੋਏਗਾ। ਭਾਵੇਂ ਹੁਣ ਪਰਮੇਸ਼ਰ 'ਚ ਆਉਣ ਤੋਂ ਬਾਅਦ ਅਸੀਂ ਕਿੰਨੇ ਵੀ ਪਾਪ ਕਰ ਲਈਏ, ਉਹਦਾ ਫਲ ਸਾਨੂੰ ਇੱਥੇ ਨਹੀਂ ਮਿਲੂਗਾ। ਅਸੀਂ ਕਹਿ ਦਿੰਦੇ ਹਾਂ ਵੀ ਸਾਥੋਂ ਗਲਤੀ ਹੋ ਗਈ, ਅਸੀਂ ਇੰਨੇ ਦਿਨ ਹੋ ਗਏ ਪ੍ਰਾਰਥਨਾ ਨਹੀਂ ਕੀਤੀ ਤਾਂ ਸਾਨੂੰ ਪਰਮੇਸ਼ਰ ਨੇ ਸਜ਼ਾ ਦਿੱਤੀ ਆ। ਪਰਮੇਸ਼ਰ ਕਹਿੰਦਾ ਮੈਂ ਧਰਤੀ ਤੇ ਨਿਆਂ ਨਹੀਂ ਕਰਨਾ। ਜੇ ਉਹ ਸਾਰਿਆਂ ਨੂੰ ਇੱਥੇ ਹੀ ਸਜ਼ਾ ਦੇਈ ਜਾਵੇ ਫਿਰ ਉਹ ਨਿਆਂ ਦਾ ਦਿਨ ਕਿਉਂ ਕਵੇ ਵੀ ਨਿਆਂ ਦਾ ਦਿਨ ਆਊਗਾ? ਉਸ ਦਿਨ ਜੀਵਨ ਦੀਆਂ ਪੋਥੀਆਂ ਖੋਲੀਆਂ ਜਾਣਗੀਆਂ। ਤੇ ਜੇ ਉਹ ਇੱਥੇ ਹੀ ਨਿਆਂ ਕਰਨਾ ਹੁੰਦਾ ਤਾਂ ਕੱਲ ਸ਼ਾਮ ਦੇ ਵਚਨ 'ਚ ਵੀ ਅਸੀਂ ਪੜ੍ਹਿਆ ਸੀ ਵੀ ਪਰਮੇਸ਼ਰ ਤੂੰ ਕਿਉਂ ਵੇਖ ਰਿਹਾ ਆ ਜਦੋਂ ਦੁਸ਼ਟ ਆਉਂਦਾ ਤੇ ਤੇਰੇ ਧਰਮੀਆਂ ਨੂੰ ਨਿਗਲਦਾ ਆ। ਫਿਰ ਪਰਮੇਸ਼ਰ ਦੁਸ਼ਟ ਦਾ ਵੀ ਇੱਥੇ ਹੀ ਨਿਆਂ ਕਰ ਦਿੰਦਾ। ਇਸ ਧਰਤੀ ਦੇ ਉੱਤੇ ਕੋਈ ਨਿਆਂ ਨਹੀਂ, ਕੋਈ ਸਜ਼ਾ ਨਹੀਂ। ਹਾਂ ਇਹ ਜ਼ਰੂਰ ਆ ਵੀ ਜਦੋਂ ਅਸੀਂ ਇੱਕ ਪਰਮੇਸ਼ਰ ਵੱਲੋਂ ਕਦਮ ਪਿੱਛੇ ਹਟਦੇ ਹਾਂ ਨਾ ਤੇ ਸ਼ੈਤਾਨ ਆਉਂਦਾ ਸਾਡੀ ਜ਼ਿੰਦਗੀ 'ਚ ਪ੍ਰੋਬਲਮ ਪਾਉਂਦਾ ਤਾਂ ਜੋ ਅਸੀਂ ਪਰਮੇਸ਼ਰ ਤੇ ਦੋਸ਼ ਲਾਈਏ ਵੀ ਜਿੰਨਾ ਚਿਰ ਤਾਂ ਅਸੀਂ ਪ੍ਰਾਰਥਨਾ ਕੀਤੀ ਤੂੰ ਸਾਡੀ ਸੁਣੀ ਗਿਆ, ਜੇ ਹੁਣ 2-4 ਦਿਨਾਂ ਸਾਥੋਂ ਨਹੀਂ ਵੀ ਹੋਈ ਤਾਂ ਤੂੰ ਸਾਨੂੰ ਦੁੱਖ ਦੇਣ ਲੱਗ ਗਿਆ ਆ। ਜਦ ਕਿ ਦੁੱਖ ਪਰਮੇਸ਼ਰ ਨਹੀਂ ਦਿੰਦਾ, ਸ਼ੈਤਾਨ ਦਿੰਦਾ। ਪਰਮੇਸ਼ਰ ਨੇ ਆਪਣੇ ਵਚਨ ਦੇ ਵਿੱਚ ਕਲੀਅਰ ਕਿਹਾ ਕਿ ਮੈਂ ਆਪਣੀਆਂ ਸੋਚਾਂ ਨੂੰ ਜਾਣਦਾ ਤੁਹਾਡੇ ਬਾਰੇ ਜਿਹੜੀਆਂ ਭਲੀਆਂ ਆ। ਜਦੋਂ ਅਸੀਂ ਪਰਮੇਸ਼ਰ ਤੋਂ ਪਿੱਛੇ ਹੁੰਦੇ ਹਾਂ ਤਾਂ ਸ਼ੈਤਾਨ ਆਉਂਦਾ ਸਾਨੂੰ ਹੋਰ ਪਿੱਛੇ ਕਰਨ ਦੇ ਲਈ ਮੁਸੀਬਤਾਂ ਪਾ ਦਿੰਦਾ, ਸਾਨੂੰ ਹੋਰ ਵੀ ਪਿੱਛੇ ਕਰਨ ਦੇ ਲਈ ਸਾਡੇ ਮਨ 'ਚ ਸ਼ੱਕ ਵਹਿਮ ਪਾ ਦਿੰਦਾ, ਘਰਾਂ 'ਚ ਲੜਾਈ ਝਗੜੇ ਪਾਉਂਦਾ, ਕਾਰੋਬਾਰਾਂ 'ਚ ਰੁਕਾਵਟਾਂ ਪਾ ਦਿੰਦਾ ਤੇ ਸਾਡੇ ਮਨ 'ਚ ਇਹ ਖਿਆਲ ਆਉਂਦਾ ਵੀ ਅਸੀਂ ਪਰਮੇਸ਼ਰ ਤੋਂ ਦੂਰ ਹੋ ਗਏ ਤੇ ਪਰਮੇਸ਼ਰ ਸਾਨੂੰ ਸਜ਼ਾ ਦੇ ਰਿਹਾ। ਅਸੀਂ ਦੂਰ ਹੋਏ ਇਸ ਕਰਕੇ ਸਾਡੇ ਤੇ ਸਜ਼ਾ ਹੋ ਰਹੀ ਆ, ਇਹ ਬਿਲਕੁਲ ਸਹੀ ਆ। ਪਰ ਅਸੀਂ ਦੂਰ ਹੋਏ ਤੇ ਪਰਮੇਸ਼ਰ ਸਾਨੂੰ ਸਜ਼ਾ ਦੇ ਰਿਹਾ, ਇਹ ਗਲਤ ਆ। ਕਿਉਂਕਿ ਪਰਮੇਸ਼ਰ ਨੇ ਸਜ਼ਾ ਦੇਣ ਦੇ ਲਈ ਇਹ ਧਰਤੀ ਨਹੀਂ ਚੁਣੀ। ਪਰਮੇਸ਼ਰ ਨੇ ਧਰਤੀ ਤੇ ਸਾਨੂੰ ਖੁੱਲ੍ਹੇ ਅਤੇ ਆਜ਼ਾਦ ਛੱਡਿਆ ਵੀ ਕਰੋ ਜੋ ਕਰ ਸਕਦੇ ਆ, ਤੇ ਜਿਹਨੇ ਜੋ ਕੀਤਾ ਉਹਨੂੰ ਉਹਦਾ ਫਲ ਕਦੋਂ ਮਿਲੇਗਾ?
ਜਦੋਂ ਪਰਸਨ ਅੰਤ ਦੇ ਦਿਨ ਉਠਾਇਆ ਜਾਵੇਗਾ ਤੇ ਜਦੋਂ ਉਹਦੀ ਜੀਵਨ ਦੀ ਪੋਥੀ ਖੁੱਲੇਗੀ, ਉਦੋਂ ਉਹਨੂੰ ਸਜ਼ਾ ਮਿਲੇਗੀ। ਉਦੋਂ ਉਹਨੂੰ ਪੁੱਛਿਆ ਜਾਏਗਾ ਵੀ ਉਹਨੇ ਕੀ ਕੀ ਕੀਤਾ ਤੇ ਕਿਉਂ ਕੀਤਾ ਤੇ ਉਹਦਾ ਫਲ ਤੇ ਉਹਦੀ ਸਜ਼ਾ ਉਹਨੂੰ ਕੀ ਮਿਲੇਗੀ। ਉਸ ਦਿਨ ਨਿਆਂ ਹੋਏਗਾ। ਉਹਨੇ ਦਿਨ ਅਸੀਂ ਭਾਵੇਂ ਜੋ ਮਰਜ਼ੀ ਕਰੀ ਜਾਈਏ, ਪਰਮੇਸ਼ਰ ਸਿਰਫ ਵੇਖ ਰਿਹਾ ਜਾਂ ਕੁਝ ਕਰ ਨਹੀਂ ਰਿਹਾ। ਤਾਂ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਧਰਮੀ ਠਹਿਰਾਈਏ, ਕਿਉਂਕਿ ਯਿਸੂ ਮਸੀਹ ਨੇ ਆਪਣੇ ਲਹੂ ਵਹਾ ਕੇ ਸਾਨੂੰ ਇੱਕ ਵਾਰ ਸ਼ੁੱਧ ਕਰਤਾ ਆ, ਇੱਕ ਵਾਰ ਉਹਨੇ ਸਾਨੂੰ ਆਜ਼ਾਦ ਕਰਤਾ ਆ, ਇੱਕ ਵਾਰ ਉਹਨੇ ਸਾਨੂੰ ਸਾਡੇ ਸਾਰੇ ਪਾਪਾਂ ਤੋਂ ਮਾਫ ਕਰਤਾ। ਉਹਨਾਂ ਪਾਪਾਂ ਤੋਂ ਜਿਹੜੇ ਪਾਪ ਅਸੀਂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਕੀਤੇ ਸੀ, ਯਿਸੂ ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ ਕੀਤੇ ਸੀ, ਉਹਨਾਂ ਪਾਪਾਂ ਤੋਂ ਨੇ ਇੱਕ ਵਾਰ ਤਾਂ ਸਾਨੂੰ ਮਾਫ ਕਰ ਦਿੱਤਾ ਆ। ਪਰ ਉਹ ਪਾਪ ਜਿਹੜੇ ਅਸੀਂ ਬਾਅਦ ਵਿੱਚ ਕਰ ਰਹੇ ਹਾਂ, ਉਹਨਾਂ ਦਾ ਫਲ ਸਾਨੂੰ ਉਦੋਂ ਮਿਲੇਗਾ ਜਦੋਂ ਅੰਤ ਦਾ ਵੇਲਾ ਆਏਗਾ। ਤੇ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਉਸ ਅੰਤ ਦੇ ਵੇਲੇ ਤੋਂ ਪਹਿਲਾਂ, ਕਿ ਪਰਮੇਸ਼ਰ ਸਾਥੋਂ ਕਦੇ ਪਾਪ ਨਾ ਹੋ ਜਾਵੇ। ਕਹਿੰਦਾ ਜਦੋਂ ਮੈਂ ਇੱਕ ਵਾਰ ਤੁਹਾਨੂੰ ਧਰਮੀ ਠਹਿਰਾਤਾ ਤਾਂ ਰਹੋ ਵੀ ਅਸੀਂ ਧਰਮੀ ਹੀ ਰਹਿਣਾ। ਇਹ ਮਿਹਨਤ ਕਰਦੇ ਰਹੋ ਵੀ ਹੁਣ ਸਾਥੋਂ ਪਾਪ ਨਾ ਹੋਵੇ, ਕਿਉਂਕਿ ਇਸ ਤੋਂ ਪਹਿਲਾਂ ਵਾਲੇ ਤਾਂ ਮਾਫ ਹੋ ਗਏ ਤੇ ਇਸ ਤੋਂ ਬਾਅਦ ਵਾਲੇ ਮਾਫ ਨਹੀਂ ਹੋਣੇ। ਤੇ ਜਿਹੜੇ ਇਸ ਤੋਂ ਬਾਅਦ ਅਸੀਂ ਕਰਾਂਗੇ, ਜੇ ਉਹ ਮਾਫ ਨਾ ਹੋਏ ਤਾਂ ਸਾਡੇ ਤੇ ਬਹੁਤ ਸਜ਼ਾ ਪਏਗੀ। ਤਾਂ ਅਸੀਂ ਉਸ ਮੌਤ ਵਿੱਚ ਜਾਵਾਂਗੇ ਜਿੱਥੋਂ ਸਾਨੂੰ ਪਰਮੇਸ਼ਰ ਵੀ ਨਹੀਂ ਬਚਾ ਸਕਦਾ। ਇੱਕ ਵਾਰੀ ਉਹਨੇ ਸਾਨੂੰ ਆਪਣੀ ਕਿਰਪਾ ਦੇ ਨਾਲ ਬਚਾ ਲਿਆ, ਪਰ ਵਾਰ-ਵਾਰ ਨਹੀਂ ਬਚਾਏਗਾ। ਉਹਨੇ ਇੱਕ ਵਾਰ ਇਹ ਗੱਲ ਕਹਿਤੀ ਵੀ ਕਰੋ ਜੋ ਕਰਨਾ ਆ, ਪਰ ਅੰਤ ਤੋਂ ਬਾਅਦ ਉਹਦੀ ਮਰਜ਼ੀ ਚੱਲੇਗੀ, ਸਾਡੀ ਨਹੀਂ। ਤਾਂ ਹੁਣ ਜਦੋਂ ਮੌਕਾ ਸਾਡੇ ਹੱਥ 'ਚ ਤਾਂ ਸਾਨੂੰ ਚਾਹੀਦਾ ਕਿ ਅਸੀਂ ਵਰਤਮਾਨ 'ਚ ਧਰਮੀ ਹੋਈਏ ਅਤੇ ਫਿਊਚਰ ਦੇ ਵਿੱਚ ਵੀ ਧਰਮੀ ਹੀ ਠਹਿਰੀਏ, ਤਾਂ ਜੋ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਅਸੀਂ ਦੋਸ਼ੀ ਨਾ ਠਹਿਰੀਏ ਤੇ ਨਾ ਉਸ ਸਦਾ ਦੀ ਮੌਤ ਦੇ ਹਿੱਸੇਦਾਰ ਹੋਈਏ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ ਰੋਮੀਆਂ 3:27 ਔਰ 28 ਨੰਬਰ ਆਇਤ ਨੂੰ। ਸੋ ਹੁਣ ਘਮੰਡ ਕਿੱਥੇ ਗਿਆ? ਉਹ ਤਾਂ ਰਹਿ ਗਿਆ। ਕਿਸ ਤਰ੍ਹਾਂ ਦੀ ਵਿਧੀ ਨਾਲ? ਭਲਾ ਕਰਮਾਂ ਦੀ? ਨਹੀਂ, ਸਗੋਂ ਵਿਸ਼ਵਾਸ ਦੀ ਵਿਧੀ ਨਾਲ। ਇਸ ਲਈ ਅਸੀਂ ਹੁਣ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਮਨੁੱਖ ਵਿਵਸਥਾ ਦੇ ਕੰਮਾਂ ਤੋਂ ਨਹੀਂ, ਸਗੋਂ ਵਿਸ਼ਵਾਸ ਤੋਂ ਹੀ ਧਰਮੀ ਠਹਿਰਾਇਆ ਜਾਂਦਾ ਹੈ। ਹਾਲੇਲੂਇਆ। ਤਾਂ ਹੁਣ ਪਰਮੇਸ਼ਰ ਦਾ ਵਚਨ ਸਾਨੂੰ ਸਿੱਧੇ ਤਰੀਕੇ ਨਾਲ ਦੱਸ ਰਿਹਾ ਕਿ ਸਾਰੀ ਦੀ ਸਾਰੀ ਸਾਡੀ ਜ਼ਿੰਦਗੀ ਵਿਸ਼ਵਾਸ 'ਤੇ ਡਿਪੈਂਡ ਆ, ਕਿ ਸਾਡਾ ਵਿਸ਼ਵਾਸ ਕਿੱਦਾਂ ਦਾ ਆ। ਜੇ ਅਸੀਂ ਵਾਰ-ਵਾਰ ਉਹੀ ਗੱਲਾਂ ਸੋਚੀ ਜਾਵਾਂਗੇ ਵੀ ਅਸੀਂ ਤਾਂ ਬੜੇ ਪਾਪ ਕੀਤੇ ਆ ਅਤੇ ਉਹ ਪਾਪ ਅਜੇ ਤੱਕ ਮਾਫ ਹੀ ਨਹੀਂ ਹੋਏ, ਅਸੀਂ ਕਦੇ ਬਚਾਏ ਨਹੀਂ ਜਾ ਸਕਦੇ, ਤਾਂ ਜੋ ਸਾਡਾ ਵਿਸ਼ਵਾਸ ਆ ਉਹੀ ਸਾਡੇ ਨਾਲ ਹੋਏਗਾ। ਜਿੱਥੇ ਸਾਡੇ ਮਨ ਦੇ ਵਿੱਚ ਭਰਮ ਆ ਗਿਆ, ਉਹ ਭਰਮ ਐਗਜ਼ੈਕਟ ਕੰਮ ਕਰੇਗਾ। ਜੋ ਅਸੀਂ ਸੋਚ ਰਹੇ ਹਾਂ ਉਹੀ ਹੋਏਗਾ, ਜੋ ਸਾਡਾ ਵਿਸ਼ਵਾਸ ਆ ਉਹੀ ਹੋਏਗਾ। ਤੇ ਜੇ ਹਜੇ ਵੀ ਪਰਮੇਸ਼ਰ ਚਾਹ ਕੇ ਅਸੀਂ ਪੁਰਾਣੀਆਂ ਚਿੰਤਾਵਾਂ ਦੇ ਵਿੱਚ ਹੀ ਪਏ ਹਾਂ ਵੀ ਹਜੇ ਤੱਕ ਸਾਡੇ ਉਹ ਪਾਪ ਗਏ ਹੀ ਨਹੀਂ, ਹਜੇ ਤੱਕ ਅਸੀਂ ਪਾਪ ਮਾਫ ਕੀਤੇ ਹੀ ਨਹੀਂ, ਹਜੇ ਤੱਕ ਸਾਥੋਂ ਉਹਨਾਂ ਦੀ ਮਾਫੀ ਹੋ ਹੀ ਨਹੀਂ ਪਾਈ, ਤਾਂ ਵਚਨ ਸਾਨੂੰ ਕਹਿੰਦਾ ਵੀ ਪਾਪਾਂ ਦੀ ਮਾਫੀ ਪ੍ਰਾਪਤ ਕਰਨਾ ਤੁਹਾਡੇ ਹੱਥ 'ਚ ਨਹੀਂ ਹੈਗਾ। ਕਹਿੰਦਾ ਤੁਸੀਂ ਆਪਣੇ ਕਰਮਾਂ ਦੇ ਨਾਲ ਨਹੀਂ, ਸਿਰਫ ਵਿਸ਼ਵਾਸ ਦੀ ਵਿਧੀ ਨਾਲ ਬਚਾਏ ਗਏ ਆ। ਇਸ ਗੱਲ ਦਾ ਘਮੰਡ ਨਾ ਕਰੋ। ਕਹਿੰਦਾ ਘਮੰਡ ਕਿੱਥੇ ਗਿਆ? ਘਮੰਡ ਚਲਾ ਗਿਆ ਕਿ ਅਸੀਂ ਚੰਗੇ ਕਰਮ ਕੀਤੇ ਸੀ ਤਾਂ ਅਸੀਂ ਬਚਾਏ ਗਏ ਆ। ਕਹਿੰਦਾ ਕਰਮਾਂ ਦੇ ਨਾਲ ਨਹੀਂ, ਸਗੋਂ ਵਿਸ਼ਵਾਸ ਦੀ ਵਿਧੀ ਦੇ ਨਾਲ ਤੁਸੀਂ ਬਚਾਏ ਗਏ ਆ, ਕਿਉਂਕਿ ਤੁਸੀਂ ਇਸ ਗੱਲ ਦਾ ਵਿਸ਼ਵਾਸ ਕੀਤਾ ਕਿ ਮਸੀਹ ਯਿਸੂ ਨੇ ਸਾਡੇ ਲਈ ਖੂਨ ਵਹਾਇਆ ਅਤੇ ਅਸੀਂ ਬਚਾਏ ਗਏ ਆ, ਅਸੀਂ ਮਾਫ ਹੋ ਗਏ ਆ, ਸਾਡੇ ਪਾਪਾਂ ਦੀ ਮਾਫੀ ਸਾਨੂੰ ਮਿਲ ਗਈ ਆ। ਤੇ ਜੇ ਤੁਹਾਡੇ ਮਨ 'ਚ ਇਹ ਪੂਰਾ ਵਿਸ਼ਵਾਸ ਆ ਵੀ ਮੇਰੇ ਪਾਪ ਅਜੇ ਮਾਫ ਨਹੀਂ ਹੋਏ, ਮੈਂ ਹਜੇ ਬਖਸ਼ਿਆ ਨਹੀਂ ਗਿਆ, ਪਰਮੇਸ਼ਰ ਸ਼ਾਇਦ ਮੇਰੇ ਤੋਂ ਨਾਰਾਜ਼ ਆ, ਤਾਂ ਤੁਹਾਡੇ ਲਈ ਉਹੀ ਹੋਏਗਾ। ਇਸ ਲਈ ਆਪਣੀ ਸੋਚ ਬਦਲੋ, ਆਪਣੀ ਦਿਸ਼ਾ ਬਦਲੋ। ਹਜੇ ਅਸੀਂ ਡਾਵਾਂ-ਡੋਲ ਹਾਂ, ਹਜੇ ਅਸੀਂ ਭਟਕੇ ਹੋਏ ਹਾਂ, ਹਜੇ ਸਾਨੂੰ ਸੱਚਾ ਗਿਆਨ ਨਹੀਂ ਮਿਲ ਰਿਹਾ, ਹਜੇ ਅਸੀਂ ਸਮਝ ਨਹੀਂ ਪਾ ਰਹੇ ਕਿ ਅਸੀਂ ਕੀ ਕਰੀਏ। ਤਾਂ ਸਮਝੋ, ਜਾਣੋ, ਬੁੱਝੋ, ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਯਹੋਵਾ ਧਰਮੀ ਆ, ਜੋ ਤੁਹਾਨੂੰ ਵੇਖਦਾ, ਸੁਣਦਾ ਤੇ ਜਾਂਚਦਾ ਆ। ਇਸ ਕਰਕੇ ਕਿਸੇ ਗੱਲ ਦੀ ਚਿੰਤਾ ਨਾ ਕਰੋ, ਪਰ ਪੂਰਾ ਵਿਸ਼ਵਾਸ ਕਰੋ ਕਿ ਤੁਸੀਂ ਆਪਣੇ ਵਿਸ਼ਵਾਸ ਦੇ ਦੁਆਰਾ ਧਰਮੀ ਆ, ਕੰਮਾਂ ਦੇ ਨਾਲ ਨਹੀਂ, ਪਰ ਵਿਸ਼ਵਾਸ ਦੇ ਦੁਆਰਾ ਧਰਮੀ ਹੋਵੋ ਤੇ ਕਹੋ ਕਿ ਹਾਂ ਪਰਮੇਸ਼ਰ ਤੂੰ ਮੈਨੂੰ ਮਾਫ ਕਰਤਾ ਆ, ਤਾਂ ਮੈਂ ਆਉਣ ਵਾਲੀ ਜ਼ਿੰਦਗੀ 'ਚ ਵੀ ਹਰ ਉਹ ਚੰਗਾ ਕੰਮ ਕਰਾਂਗਾ ਜਿਹੜਾ ਤੈਨੂੰ ਪਸੰਦ ਆਉਣ ਵਾਲਾ ਹੋਵੇ, ਤੇ ਮੈਂ ਉਹ ਵਿਸ਼ਵਾਸ ਬਣਾ ਕੇ ਰੱਖਾਂਗਾ ਜਿਹੜਾ ਵਿਸ਼ਵਾਸ ਮੈਂ ਅੱਜ ਤੇਰੇ 'ਤੇ ਬਣਾਇਆ, ਤੇ ਅੰਤ ਦੇ ਦਿਨ ਤੱਕ ਇਸੇ ਵਿਸ਼ਵਾਸ 'ਚ ਕਾਇਮ ਰਹਾਂਗਾ। ਤਾਂ ਸਾਡੇ ਸਵਾਲ ਦਾ ਜਵਾਬ ਸੀ ਕਿ ਕੀ ਸਾਡੇ ਪਾਪਾਂ ਦੀ ਸਾਨੂੰ ਮਾਫੀ ਮਿਲ ਚੁੱਕੀ ਆ? ਤਾਂ ਪਰਮੇਸ਼ਰ ਨੇ ਸਾਨੂੰ ਵਚਨ ਦੇ ਦੁਆਰਾ ਦੱਸਿਆ ਵੀ ਤੁਸੀਂ ਪਾਪਾਂ ਤੋਂ ਆਜ਼ਾਦ ਕੀਤੇ ਗਏ ਆ, ਮੈਂ ਤੁਹਾਡੇ ਪਾਪ ਪਿੱਠ ਪਿੱਛੇ ਸਿੱਟ ਦਿੱਤੇ ਆ, ਮੈਂ ਉਹਨਾਂ ਤੋਂ ਆਪਣੀਆਂ ਅੱਖਾਂ ਫੇਰ ਲਈਆਂ ਅਤੇ ਹੁਣ ਮੈਂ ਮੁੜ ਕੇ ਉਹਦੇ ਵੱਲ ਨਹੀਂ ਤੱਕਾਂਗਾ।
ਤਾਂ ਆਓ ਅੱਜ ਇਹਨਾਂ ਵਚਨਾਂ ਦੇ ਦੁਆਰਾ ਸਾਡੇ ਪਾਪਾਂ ਦੀ ਮਾਫੀ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਖੁਦਾਵੰਦ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਕਰਦੇ ਹਾਂ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਪ੍ਰਭੂ ਜੀ ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਮਹਾਨ ਪਰਮੇਸ਼ਰ ਕਿ ਰਾਤ ਭਰ ਵਿੱਚ ਤੁਸੀਂ ਸਾਨੂੰ ਸੰਭਾਲਿਆ ਖੁਦਾਵੰਦ, ਮਿੱਠੀ ਪਿਆਰੀ ਨੀਂਦ ਦਿੱਤੀ ਪ੍ਰਭੂ ਜੀ, ਆਪਣੇ ਵਚਨਾਂ ਦੇ ਨਾਲ ਸਾਨੂੰ ਬਲੈਸ ਕੀਤਾ, ਸ਼ੁੱਧ ਕੀਤਾ, ਆਜ਼ਾਦ ਕੀਤਾ। ਤੁਸੀਂ ਸਾਡੇ ਉੱਤੇ ਦਇਆ ਕੀਤੀ ਪਿਤਾ ਪਰਮੇਸ਼ਰ, ਤੁਸੀਂ ਸਾਨੂੰ ਬਰਕਤ ਅਤੇ ਆਸ਼ੀਸ਼ ਦੇ ਨਾਲ ਭਰਿਆ ਪ੍ਰਭੂ ਜੀ। ਤੁਹਾਡੇ ਦੂਤਾਂ ਨੇ ਸਾਨੂੰ ਸੰਭਾਲਿਆ ਪਿਤਾ ਪਰਮੇਸ਼ਰ। ਅੱਜ ਦਾ ਅਨਮੋਲ ਦਿਨ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਂਦਾ ਖੁਦਾਵੰਦ। ਬਹੁਤ ਸਾਰੇ ਜਨ ਸੀ ਪ੍ਰਭੂ ਜੀ ਜੋ ਅੱਜ ਦੇ ਦਿਨ ਨੂੰ ਨਾ ਦੇਖ ਸਕੇ ਪਰਮੇਸ਼ਰ ਪਿਤਾ, ਪਰ ਤੁਸੀਂ ਸਾਨੂੰ ਜੀਵਤਾਂ ਦੀ ਧਰਤੀ ਉੱਤੇ ਜੀਵਤ ਰੱਖਿਆ ਔਰ ਸੱਚਮੁੱਚ ਇੱਕ ਨਵੇਂ ਮੌਕੇ ਦੇ ਰੂਪ ਦੇ ਵਿੱਚ ਅੱਜ ਦਾ ਇਹ ਦਿਨ ਸਾਨੂੰ ਦਿੱਤਾ ਪਿਤਾ, ਤਾਂ ਜੋ ਅਸੀਂ ਆਪਣੇ ਪਾਪਾਂ ਤੋਂ ਬਚੇ ਰਹੀਏ ਅਤੇ ਨਵੇਂ ਸਮੇਂ ਦੇ ਵਿੱਚ ਆਉਣ ਵਾਲੇ ਹਰ ਇੱਕ ਨਵੇਂ ਸਾਹ ਦੇ ਵਿੱਚ ਤੁਹਾਡੇ ਨਾਲ ਧੰਨਵਾਦੀ ਰਹੀਏ ਔਰ ਤੁਹਾਡੇ ਡਰ ਭੈ ਦੇ ਵਿੱਚ ਚੱਲਣ ਵਾਲੇ ਹੋ ਜਾਈਏ ਖੁਦਾਵੰਦ। ਜਿੰਨੇ ਵੀ ਭੈਣ ਭਾਈ ਅੱਜ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਬੈਠੇ ਨੇ ਪਿਤਾ, ਹਰ ਇੱਕ ਜਾਨ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ ਪਿਤਾ ਪਰਮੇਸ਼ਰ, ਤੁਹਾਡੀ ਪਵਿੱਤਰ ਮਰਜ਼ੀ ਨੂੰ ਮੰਗਦੇ ਔਰ ਤੁਹਾਡੀ ਦਇਆ ਦੇ ਵਿੱਚ ਇਹਨਾਂ ਨੂੰ ਲੈ ਕੇ ਆਉਂਦੇ ਪਿਤਾ। ਤੁਸੀਂ ਸੱਚਮੁੱਚ ਇਹਨਾਂ ਨੂੰ ਛੋਹਿਆ ਅਤੇ ਆਜ਼ਾਦ ਕੀਤਾ ਪ੍ਰਭੂ ਜੀ। ਸੱਚਮੁੱਚ ਤੁਸੀਂ ਇਹਨਾਂ ਨੂੰ ਥੱਕਿਆਂ ਅਤੇ ਹਾਰਿਆਂ ਹੋਇਆਂ ਨੂੰ, ਦੱਬੇ ਅਤੇ ਕੁਚਲਿਆਂ ਹੋਇਆਂ ਨੂੰ ਸਹਾਰਾ ਅਤੇ ਆਰਾਮ ਦਿੱਤਾ ਪਿਤਾ। ਜਦੋਂ ਸਾਨੂੰ ਸੰਸਾਰ ਨੇ ਛੱਡਿਆ ਪ੍ਰਭੂ ਜੀ, ਉਸ ਵੇਲੇ ਤੁਸੀਂ ਸਾਨੂੰ ਕਬੂਲ ਕਰ ਲਿਆ ਪ੍ਰਭੂ ਜੀ। ਸਾਨੂੰ ਪਾਪੀ ਅਤੇ ਨਕਾਰੇ ਵੇਖ ਕੇ ਸੰਸਾਰ ਨੇ ਸਾਡੇ ਵੱਲੋਂ ਮੂੰਹ ਫੇਰ ਲਿਆ, ਪਰ ਤੁਸੀਂ ਆਪਣੇ ਮੂੰਹ ਨੂੰ ਸਾਡੇ ਵੱਲ ਕੀਤਾ ਪਿਤਾ ਔਰ ਸੱਚਮੁੱਚ ਸਾਨੂੰ ਆਪਣੀ ਕਿਰਪਾ ਦੇ ਲਈ ਚੁਣ ਲਿਆ ਪਿਤਾ ਪਰਮੇਸ਼ਰ। ਸਾਨੂੰ ਆਪਣੇ ਖੰਭਾਂ ਦੇ ਹੇਠਾਂ ਛੁਪਾ ਲਿਆ ਪ੍ਰਭੂ ਜੀ। ਤੁਸੀਂ ਸਾਨੂੰ ਆਪਣੀ ਨਵੀਂ ਬਰਕਤ ਕਿਰਪਾ ਦੇ ਲਈ ਚੁਣਿਆ ਪਿਤਾ। ਤੁਸੀਂ ਸਾਨੂੰ ਨਵੇਂ ਸਾਹ, ਨਵੀਂ ਜ਼ਿੰਦਗੀ ਅਤੇ ਅਨਮੋਲ ਦਿਨ ਦੇ ਲਈ ਅੱਜ ਬਖਸ਼ਿਆ ਪਿਤਾ। ਔਰ ਅੱਜ ਦੇ ਇਸ ਅਨਮੋਲ ਦਿਨ ਦੇ, ਅੱਜ ਦੇ ਇਸ ਖਾਸ ਪਵਿੱਤਰ ਔਰ ਸੁੰਦਰ ਵਚਨ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ। ਜੋ ਖੁਦਾਵੰਦ ਤੁਸੀਂ ਆਪਣੇ ਵਚਨ ਦੇ ਵਿੱਚ ਕਹਿ ਕੇ ਸਾਰੇ ਸੰਸਾਰ ਨੇ ਪਾਪ ਕੀਤੇ, ਪਰ ਯਿਸੂ ਮਸੀਹ ਦੇ ਛੁਟਕਾਰੇ ਦੇ ਦੁਆਰਾ ਸਭ ਦੇ ਸਭ ਮੁਫਤ ਵਿੱਚ ਧਰਮੀ ਗਿਣੇ ਗਏ। ਹਾਲੇਲੂਇਆ। ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਜੋ ਤੁਸੀਂ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਵਹਾਇਆ, ਤੁਸੀਂ ਸਾਡੇ ਲਈ ਉਹਨਾਂ ਨੂੰ ਕੁਰਬਾਨ ਕੀਤਾ ਪ੍ਰਭੂ ਜੀ। ਤੁਸੀਂ ਸੱਚਮੁੱਚ ਪਿਤਾ ਪਰਮੇਸ਼ਰ ਸਾਡੇ ਹਾਲਾਤਾਂ ਨੂੰ ਵੇਖਿਆ ਅਤੇ ਸਾਡੇ ਤੇ ਕਿਰਪਾ ਕੀਤੀ ਔਰ ਸਾਨੂੰ ਵਿਸ਼ਵਾਸ ਦੇ ਦੁਆਰਾ ਧਾਰਮਿਕਤਾ ਦੇ ਵਿੱਚ ਲੈ ਕੇ ਆਂਦਾ ਪਿਤਾ। ਸੱਚਮੁੱਚ ਸਾਡੇ ਪਾਪਾਂ ਤੋਂ ਤੁਸੀਂ ਸਾਨੂੰ ਮਾਫ ਕੀਤਾ, ਸ਼ੁੱਧ ਕੀਤਾ, ਨਵੀਂ ਜ਼ਿੰਦਗੀ, ਨਵਾਂ ਰੂਪ ਅਤੇ ਨਵੇਂ ਆਤਮਿਕ ਵਸਤਰ ਦਿੱਤੇ। ਖੁਦਾਵੰਦ ਸਾਡੀ ਮਦਦ, ਸਹਾਇਤਾ, ਅਗਵਾਈ ਕਰੋ ਕਿ ਆਤਮਾ ਦੇ ਇਹਨਾਂ ਸਫੇਦ ਵਸਤਰਾਂ ਨੂੰ ਅਸੀਂ ਦਾਗ ਨਾ ਲਾਈਏ ਪਿਤਾ ਪਰਮੇਸ਼ਰ, ਅਸੀਂ ਕਲੰਕਿਤ ਨਾ ਕਰੀਏ, ਅਸੀਂ ਦੋਸ਼ੀ ਨਾ ਠਹਿਰਾਈਏ ਪ੍ਰਭੂ ਜੀ। ਅਸੀਂ ਹਰ ਇੱਕ ਵਸਤਰ ਨੂੰ ਪਿਤਾ ਪਰਮੇਸ਼ਰ ਦਾਗ ਤੋਂ ਰਹਿਤ ਰੱਖੀਏ ਅਤੇ ਹਰ ਇੱਕ ਪਾਪ ਤੋਂ ਤੌਬਾ ਕਰੀਏ। ਆਉਣ ਵਾਲੇ ਸਮੇਂ ਦੇ ਵਿੱਚ ਵੀ ਨਿਰਦੋਸ਼ ਠਹਿਰੀਏ, ਬਲਕਿ ਤੁਹਾਡੇ ਆਉਣ ਤੱਕ ਪਿਤਾ ਪਰਮੇਸ਼ਰ ਅਸੀਂ ਪਾਪਾਂ ਤੋਂ ਬਚੇ ਰਹੀਏ। ਹਰ ਇੱਕ ਪਾਪ ਸਾਡੀਆਂ ਜ਼ਿੰਦਗੀਆਂ ਚੋਂ ਬਾਹਰ ਹੋਵੇ ਪਿਤਾ ਪਰਮੇਸ਼ਰ। ਇਸ ਹਜ਼ੂਰੀ ਦੇ ਵਿੱਚ ਬੈਠਾ ਹਰ ਇੱਕ ਭੈਣ ਭਾਈ ਤੁਹਾਡੇ ਆਉਣ ਤੱਕ ਵਫਾਦਾਰੀ 'ਚ ਬਣਿਆ ਰਵੇ, ਪਾਪਾਂ ਤੋਂ ਰਹਿਤ ਰਵੇ ਪ੍ਰਭੂ ਜੀ। ਤੁਹਾਡੀ ਦਇਆ ਦੇ ਵਿੱਚ ਬਣਿਆ ਰਵੇ, ਤੁਹਾਡੀ ਸਦਾ ਦੀ ਕਿਰਪਾ ਦੇ ਵਿੱਚ ਬਣਿਆ ਰਵੇ ਪਿਤਾ ਪਰਮੇਸ਼ਰ। ਆਪਣੇ ਦੂਤਾਂ ਦੇ ਦੁਆਰਾ ਬਰਕਤ ਆਸ਼ੀਸ਼ ਦੇ ਨਾਲ ਬਲੈਸ ਕਰੋ ਪ੍ਰਭੂ ਜੀ। ਤੁਹਾਡੀ ਸਦਾ ਦੀ ਦਇਆ, ਕਿਰਪਾ, ਆਸ਼ੀਸ਼ ਨੂੰ ਮੰਗਦੇ ਆ ਪਿਤਾ ਪਰਮੇਸ਼ਰ। ਇਸ ਹਰ ਇੱਕ ਭੈਣ ਭਾਈ ਦੇ ਪਾਪਾਂ ਨੂੰ ਮਾਫ ਕਰਨ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹੋ ਖੁਦਾਵੰਦ। ਇਸ ਨਵੀਂ ਜ਼ਿੰਦਗੀ, ਨਵੇਂ ਰੂਪ, ਨਵੇਂ ਸਰੂਪ ਦੇ ਲਈ ਧੰਨਵਾਦ ਕਰਦੇ ਹੋ ਪ੍ਰਭੂ ਜੀ। ਅੱਜ ਦੇ ਦਿਨ ਦੀ ਕਿਰਪਾ ਦੇ ਲਈ ਤੁਹਾਡਾ ਦਿਲ ਤੋਂ ਸ਼ੁਕਰ ਕਰਦੇ ਹੋਏ ਮਹਾਨ ਪਰਮੇਸ਼ਰ, ਸੱਚਮੁੱਚ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ ਆਮੀਨ ਆਮੀਨ।